ਜੀ ਮੇਰੇ ਸੱਜਣੋਂ ਤੇ ਮਿੱਤਰੋ ਤੇ ਮਾੜੇ ਗਰਾਈਓ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਅਬਦੁਰਰਹਿਮਾਨ ਤੁਹਾਡੀ ਖਿਦਮਤ ਦੇ ਵਿੱਚ ਦੁਬਾਰਾ ਪੇਸ਼। ਸਭ ਤੋਂ ਪਹਿਲੇ ਮੈਂ ਸ਼ੁਕਰੀਆ ਅਦਾ ਕਰਾਂਗਾ ਆਪਣੇ ਉਹਨਾਂ ਵੇਖਣ ਵਾਲਿਆਂ ਦਾ ਜਿਨ੍ਹਾਂ ਨੇ ਮੇਰੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਤੇ ਖਾਸ ਕਰ ਜਿਹੜੀ ਹੁਣ ਪਿਛਲੀ ਵੀਡੀਓ ਆਈ ਹੈ ਉਹਨੂੰ ਤੁਸੀਂ ਬਹੁਤ ਲਾਈਕ ਕੀਤਾ, ਕਮੈਂਟਸ ਕੀਤੇ। ਤੇ ਅੱਜ ਅਸੀਂ ਜਿਹੜੀ ਇੱਕ ਵੀਡੀਓ ਬਣਾਉਣ ਲੱਗੇ ਹਾਂ ਇਹ ਬੜੀ ਇੱਕ ਦਰਦਨਾਕ ਕਹਾਣੀ ਹੈ ਉਸ ਗੁਲੂਕਾਰ ਦੇ ਮੁਤਲਕ ਕਿ ਜਿਹਦਾ ਆਪਣੇ ਵਕਤ ਦੇ ਵਿੱਚ ਇੱਕ ਨਾਂ ਸੀ, ਜਿਹਦਾ ਆਲਮ ਲੋਹਾਰ ਸਾਹਿਬ ਦੇ ਨਾਲ ਟੱਕਰ ਸੀ, ਜਿਹੜੇ ਆਪਣੇ ਵਕਤ ਦਾ ਹਰ ਲਿਹਾਜ਼ ਨਾਲ ਜਿਹੜਾ ਸੀ ਨਾ ਛਾਇਆ ਹੋਇਆ ਸੀ, ਹਰ ਸ਼ੋਬੇ ਦੇ ਵਿੱਚ ਆਇਆ ਸੀ। ਲੇਕਿਨ ਜਦੋਂ ਐਂਡ ਆਉਂਦਾ ਨਾ ਬੰਦੇ ਦਾ, ਬੰਦਾ ਉਸ ਟਾਈਮ ਸਮਝਦਾ ਹੈ ਕਿ ਬਸ ਜਦੋਂ ਅਰੂਜ ਹੁੰਦਾ ਨਾ ਤੇ ਬੰਦਾ ਸਮਝਦਾ ਕਿ ਬਸ ਮੈਂ ਹੀ ਹਾਂ ਤੇ ਹੋਰ ਕੁਝ ਨਹੀਂ। ਤੇ ਅਖੀਰ ਜਦੋਂ ਆਉਂਦੀ ਹੈ ਨਾ ਬੰਦੇ ਦੀ ਤੇ ਫਿਰ ਅਖੀਰ ਜਦੋਂ ਵੇਖਦੀ ਹੈ ਬਾਕੀ ਦੁਨੀਆ ਜਿਹੜੀ ਰਹਿਣ ਵਾਲੀ ਤੇ ਇਹ ਉਹਦੇ ਵਾਸਤੇ ਇਬਰਤ ਹੁੰਦੀ ਹੈ। ਤੇ ਗੱਲ ਕਰਾਂਗੇ ਅੱਜ ਅਸੀਂ ਇਨਾਇਤ ਹੁਸੈਨ ਭੱਟੀ ਦੇ ਮੁਤਲਕ, ਉਹਨਾਂ ਦੀ ਜ਼ਿੰਦਗੀ ਦੇ ਮੁਤਲਕ, ਉਹਨਾਂ ਦੇ ਇੱਕ ਦੋ ਵਾਕਿਆਤ ਦੇ ਮੁਤਲਕ। ਤੇ ਜਿਹੜੇ ਦੋਸਤ ਨਵੇਂ ਮੇਰੇ ਚੈਨਲ ਤੇ ਆਏ ਹੋ ਉਹਨਾਂ ਅੱਗੇ ਮੇਰੀ ਰਿਕੁਐਸਟ ਹੈ ਵੀਡੀਓ ਵੇਖੋ, ਜ਼ਰੂਰ ਵੇਖੋ, ਲੇਕਿਨ ਇੱਕੋ ਹੀ ਰਿਕੁਐਸਟ ਹੈ, ਮੇਰੀ ਹੌਸਲਾ ਅਫਜ਼ਾਈ ਹੈ ਤੇ ਤੁਹਾਡੇ ਅੱਗੇ ਰਿਕੁਐਸਟ ਹੀ ਹੈ ਕਿ ਨਾਲ ਦਿੱਤੇ ਗਏ ਬੈਲ ਆਈਕਨ ਦੇ ਬਟਨ ਨੂੰ ਹਲਕਾ ਜਿਹਾ ਦਬਾ ਦਿਆ ਕਰੋ ਤੇ ਨਾਲ ਬੈਲ ਆਈਕਨ ਦਾ ਬਟਨ ਹੁੰਦਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ, ਬੈਲ ਆਈਕਨ ਦੇ ਬਟਨ ਨੂੰ ਦਬਾ ਦਿਆ ਕਰੋ ਤਾਂ ਕਿ ਇਸ ਤਰ੍ਹਾਂ ਦੇ ਅਗਰ ਤੁਹਾਡਾ ਫਨ ਦੇ ਨਾਲ ਫਨੇ ਮੌਸੀਕੀ, ਫੋਕ ਗੁਲੂਕਾਰ ਹੋਰ ਅਦਾਕਾਰਾਂ ਦੇ ਨਾਲ ਤੁਹਾਡੀ ਮੁਹੱਬਤ ਹੈ, ਤੁਸੀਂ ਕਿਸੇ ਕਹਾਣੀਆਂ ਸੁਣਨਾ ਚਾਹੁੰਦੇ ਹੋ ਤੇ ਤਾਂ ਕਿ ਤੁਹਾਡੇ ਕੋਲ ਪਹੁੰਚਦੀਆਂ ਰਹਿਣ। ਤੇ ਹੁਣ ਅਸੀਂ ਗੱਲ ਇੱਥੋਂ ਸ਼ੁਰੂ ਕਰਨੇ ਆ, ਵੀਡੀਓ ਨਾਲ ਆਖਰ ਟਾਈਮ ਤੱਕ ਜ਼ਰੂਰ ਜੁੜੇ ਰਹਿਣਾ, ਪੂਰੀ ਵੀਡੀਓ ਵੇਖਣਾ। ਤੇ ਗੱਲ ਕਰਨੇ ਆ ਇਨਾਇਤ ਹੁਸੈਨ ਭੱਟੀ। ਇਨਾਇਤ ਹੁਸੈਨ ਭੱਟੀ ਇਕੱਲਾ ਇਨਾਇਤ ਹੁਸੈਨ ਭੱਟੀ ਨਹੀਂ, ਭੱਟੀ ਬਰਾਦਰਾਨ ਕਹੋ, ਕਿਉਂਕਿ ਉਹਨਾਂ ਦਾ ਤਕਰੀਬਨ ਖਾਨਦਾਨ ਪੂਰੇ ਦਾ ਪੂਰਾ ਸ਼ੋਬਿਜ਼ ਦੇ ਨਾਲ ਵਾਬਸਤਾ ਰਿਹਾ, ਚਾਹੇ ਉਹ ਇਨਾਇਤ ਹੁਸੈਨ ਭੱਟੀ ਸੀ, ਕਿਫਾਇਤ ਹੁਸੈਨ ਉਰਫ ਕੈਫੀ ਸੀ, ਉਹਨਾਂ ਦੇ ਇੱਕ ਭਾਈ ਜ਼ੁਬੈਰ ਸੀ, ਉਹਨਾਂ ਦਾ ਬੇਟਾ ਸੀ, ਉਹਨਾਂ ਦਾ ਦਮਾਦ ਆਗਾ ਸਿਕੰਦਰ ਸੀ, ਯਾਨੀ ਕਿ ਉਹਨਾਂ ਦੇ ਤੁਸੀਂ ਕਹਿ ਸਕਦੇ ਹੋ ਕਿ ਤਮਾਮ ਫੈਮਿਲੀ ਮੈਂਬਰਾਂ ਜਿੰਨੇ ਵੀ ਸੀ ਸ਼ੋਬਿਜ਼ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ 'ਤੇ ਉਹ ਜ਼ਰੂਰ ਵਿੱਚ ਰਹੇ ਨੇ। ਇਨਾਇਤ ਹੁਸੈਨ ਭੱਟੀ ਸਾਹਿਬ ਦੇ ਬੇਟੇ ਦਾ ਇੱਕ ਮੈਂ ਕੱਲ੍ਹ ਪਰਸੋਂ TV ਦੇ ਇੰਟਰਵਿਊ ਸੁਣਦਾ ਸੀ ਪਿਆ, ਜਿਹਦੇ ਵਿੱਚ ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤੇ ਕਿ ਮੇਰੇ ਵਾਲਿਦ ਗੁਲੂਕਾਰ ਬਹੁਤ ਅੱਛੇ ਸੀ ਲੇਕਿਨ ਅਦਾਕਾਰ ਬਹੁਤ ਅੱਛੇ ਨਹੀਂ ਸੀ। ਸੁਣ ਕੇ ਨਾ ਬੜਾ ਇੱਕ ਦਿਲ ਨੂੰ ਨਾ ਸਦਮਾ ਜਿਹਾ ਲੱਗਾ ਕਿ ਯਾਰ ਵੇਖੋ ਕਿ ਇਹ ਔਲਾਦ ਜਿਹੜੀ ਹੁੰਦੀ ਹੈ ਨਾ ਇਹ ਲੋਕ ਅੱਲਾਹ ਤਾਲਾ ਕੋਲੋਂ ਮੰਗਦੇ ਨੇ। ਉਹ ਵੇਖੋ ਆਰਫ ਲੋਹਾਰ ਹੈ, ਅੱਜ ਉਹ ਬੁੱਢਾ ਹੋ ਗਿਆ, ਜਦੋਂ ਦਾ ਉਸ ਫੀਲਡ ਵਿੱਚ ਆਇਆ ਅੱਜ ਵੀ ਉਹਦਾ ਕੋਈ ਵੀ ਇੰਟਰਵਿਊ TV ਟਾਕ ਵੇਖੋਗੇ ਤੇ ਉਹਦੇ ਵਿੱਚ ਉਹ ਕੋਈ ਮੈਨੂੰ ਨਹੀਂ ਉਹਦਾ ਕੋਈ ਵੀ ਐਸਾ ਸ਼ੋਅ ਨਜ਼ਰ ਆਇਆ ਜਿਹਦੇ ਵਿੱਚ ਉਹ ਆਪਣੇ ਬਾਪ ਦਾ ਆਪਣੇ ਵਾਲਿਦ ਦਾ ਜ਼ਿਕਰ ਨਾ ਕੀਤਾ ਹੋਵੇ। ਔਰ ਅੱਜ ਉਹ ਆਪਣਾ ਇੰਨਾ ਜ਼ਿਆਦਾ ਨਾਂ ਬਣਾ ਬੈਠਾ ਹੈ, ਇੰਨਾ ਸਾਰਾ ਕੁਝ ਕਰ ਬੈਠਾ ਹੈ, ਲੇਕਿਨ ਉਹਦੇ ਬਾਵਜੂਦ ਉਹ ਅੱਜ ਵੀ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਆਰਫ ਲੋਹਾਰ ਦੇ ਨਾਂ ਤੋਂ ਮੈਂ ਮਸ਼ਹੂਰ ਹਾਂ, ਸਾਰਾ ਕੁਝ ਹਾਂ, ਲੇਕਿਨ ਮੈਨੂੰ ਫਖਰ ਨਹੀਂ ਮਹਿਸੂਸ ਹੁੰਦਾ। ਤੇ ਜਦੋਂ ਮੈਨੂੰ ਕੋਈ ਆਲਮ ਲੋਹਾਰ ਦਾ ਪੁੱਤਰ ਕਹਿੰਦਾ ਨਾ ਤੇ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ। ਵਸੀਮ ਅਬਾਸ ਸਾਹਿਬ ਨੇ ਉਹ ਜਿਸ ਹਿਸਾਬ ਦੇ ਨਾਲ ਵੀ ਆਪਣੇ ਉਹ ਰਾਏ ਕੀਤੀ ਕਿ ਮੇਰੇ ਵਾਲਿਦ ਜਨਾਬ ਗੁਲੂਕਾਰ ਅੱਛੇ ਸੀ, ਅਦਾਕਾਰ ਇੰਨੇ ਅੱਛੇ ਨਹੀਂ ਸੀ। ਤੇ ਪੁਰਾਣੇ ਬੰਦੇ ਜਿਹੜੇ ਤੁਸੀਂ ਉਹਨਾਂ ਦੀਆਂ ਫਿਲਮਾਂ, ਉਹਨਾਂ ਦੇ ਗਾਣੇ ਸੁਣਨ ਵਾਲੇ ਹੋ, ਇਨਾਇਤ ਹੁਸੈਨ ਭੱਟੀ ਸਾਹਿਬ ਦੇ ਫੈਨ ਹੋ, ਤੁਸੀਂ ਆਹ ਫੈਸਲਾ ਇਸ ਚੀਜ਼ ਦਾ ਕਰਨਾ ਹੈ ਕਿ ਇਨਾਇਤ ਹੁਸੈਨ ਭੱਟੀ ਦੀ ਕਿਹੜੀ ਫਿਲਮ ਜਿਹੜੀ ਸੀ ਮਾੜੀ ਜਾਂ ਫਲਾਪ ਹੋਈ ਹੈ। ਭੱਟੀ ਬਰਾਦਰਾਨ ਦੇ ਜਿਹੜੀ ਵੀ ਫਿਲਮ ਉਹਨਾਂ ਨੇ ਬਣਾਈ ਹੈ, ਇੱਕ ਫਿਲਮ ਦੱਸੋ ਉਹਨਾਂ ਦੀ ਮੈਨੂੰ ਕਿ ਜਿਹੜੀ ਉਹਨਾਂ ਦੀ ਫਿਲਮ ਜਿਹੜੀ ਨਾ ਫਲਾਪ ਹੋਈ ਹੋਵੇ, ਜਾਂ ਜਿਹਦੇ ਵਿੱਚ ਇਨਾਇਤ ਹੁਸੈਨ ਭੱਟੀ ਸਾਹਿਬ ਨੇ ਅਦਾਕਾਰੀ ਬਿਲਕੁਲ ਨਿਕੰਮੀ ਕੀਤੀ ਹੋਵੇ ਜਾਂ ਉਹਨਾਂ ਦੀ ਅਦਾਕਾਰੀ ਦੀ ਵਜ੍ਹਾ ਤੋਂ ਮਤਲਬ ਜਿਹੜਾ ਨਾ ਉਹ ਫਿਲਮ ਫਲਾਪ ਹੋਈ ਹੋਵੇ। ਲੇਕਿਨ ਕੋਈ ਹੋਰ ਬੰਦਾ ਅਗਰ ਇਹ ਗੱਲ ਕਰਦਾ, ਲੇਕਿਨ ਉਹਨਾਂ ਦੇ ਬੇਟੇ ਨੂੰ ਇਹ ਗੱਲ ਕਮ ਅਜ਼ ਕਮ ਨਹੀਂ ਸੀ ਕਰਨੀ ਚਾਹੀਦੀ। ਅਗਰ ਉਹ ਫਲਾਪ ਅਦਾਕਾਰ ਸੀ ਤੇ ਕਿੰਨੀਆਂ ਫਿਲਮਾਂ ਅੱਜ ਵੀ ਦੁਨੀਆ ਉਹਨਾਂ ਦੀ ਪਸੰਦ ਕਰਦੀ ਹੈ, ਕਿੰਨੇ ਰੁਪਈਏ ਉਸ ਬੰਦੇ ਨੇ ਕਮਾਏ, ਬੋਰੀਆਂ ਭਰ ਕੇ ਉਹ ਨੋਟਾਂ ਦੀਆਂ ਉਹਨਾਂ ਫਿਲਮਾਂ ਦੀਆਂ ਜਿਹੜੀਆਂ ਨੇ ਘਰ ਲੈ ਕੇ ਗਏ, ਜਿਨ੍ਹਾਂ ਨਾਲ ਅੱਜ ਤੁਹਾਡੀਆਂ ਕੋਠੀਆਂ, ਅੱਜ ਤੁਹਾਡੀਆਂ ਕਾਰਾਂ, ਅੱਜ ਸਾਰਾ ਕੁਝ ਹੈ।
ਤੇ ਉਹ ਫਿਲਮਾਂ ਹਿੱਟ ਹੋਈਆਂ ਸੀ ਤੇ ਇੰਨੀ ਦੌਲਤ ਇੰਨਾ ਸਾਰਾ ਕੁਝ ਇਹ ਕਮਾਉਂਦੇ ਸੀ ਨਾ। ਤੇ ਦੂਸਰੇ ਨੰਬਰ 'ਤੇ ਉਹਨਾਂ ਦਾ ਐਂਡ ਵੇਖੋ ਕਿ ਜਿਸ ਵਕਤ ਉਹ ਐਂਡ ਹੋਇਆ, ਇਹ ਦੌਲਤ, ਇਹ ਕੋਠੀਆਂ, ਇਹ ਕਾਰਾਂ, ਇਹ ਸਭ ਇੱਥੇ ਰਹੀਆਂ। ਸ਼ਾਦੀਆਂ ਵੀ ਭੱਟੀ ਸਾਹਿਬ ਨੇ 2 ਕੀਤੀਆਂ ਸੀ, ਲੇਕਿਨ ਭੱਟੀ ਸਾਹਿਬ ਨੇ ਆਖਰੀ ਵਕਤ ਆਪਣਾ ਜਿਹੜਾ ਇੰਤਹਾਈ ਕਮ ਪੁਰਸੀ ਦੇ ਆਲਮ ਦੇ ਵਿੱਚ ਗੁਜ਼ਾਰਿਆ। ਉਹਨਾਂ ਨੂੰ ਹਲਕਾ ਜਿਹਾ ਫਾਲਿਜ ਦਾ ਅਟੈਕ ਵੀ ਹੋਇਆ, ਹੋਰ ਵੀ ਮਸਲੇ ਮਸਾਇਲ ਹੋਏ, ਲੇਕਿਨ ਉਹਨਾਂ ਨੇ ਕਿਸੇ ਵੀ ਉਹਦੀ ਔਲਾਦ ਨੇ ਜਾਂ ਕਿਸੇ ਵੀ ਉਹਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਸੰਭਾਲਿਆ ਨਹੀਂ, ਔਰ ਉਹ ਇਸੇ ਕੰਪਲਸੀ ਦੇ ਵਿੱਚ ਇਸ ਦੁਨੀਆ ਤੋਂ ਚਲਾ ਗਿਆ। ਤੇ ਬੰਦਾ ਇਹ ਕਹਿੰਦੇ ਨੇ ਕਿ ਜਦੋਂ ਅਰੂਜ 'ਤੇ ਹੁੰਦਾ, ਅਗਰ ਅੱਛੇ ਕੰਮ ਕਰਦਾ, ਅਗਰ ਉਹ ਆਉਣ ਵਾਲੇ ਵਕਤ ਦੀ ਆਪਣੇ ਮੈਨੇਜ ਸਹੀ ਕਰਕੇ ਰੱਖਦਾ ਤੇ ਅੱਲਾਹ ਤਾਲਾ ਉਹਦਾ ਅਜਰ ਵੀ ਦਿੰਦਾ ਔਰ ਦੁਨੀਆ ਯਾਦ ਵੀ ਰੱਖਦੀ ਹੈ। ਆਲਮ ਲੋਹਾਰ ਨਾਲ ਇਹਦੀ ਟੱਕਰ ਜ਼ਰੂਰ ਹੁੰਦੀ ਸੀ, ਲੇਕਿਨ ਆਲਮ ਨੂੰ ਦੇਖ ਲਓ ਕਿ ਉਹ ਸਖੀ ਬੰਦਾ ਸੀ, ਦਰਵੇਸ਼ ਬੰਦਾ ਸੀ ਔਰ ਲੋਕਾਂ ਦੀਆਂ ਖਿਦਮਤਾਂ ਕਰਦਾ ਰਿਹਾ। ਅੱਜ ਉਹਦੇ ਨਾਂ ਵੀ ਲੈਣ ਵਾਲੇ ਨੇ, ਅੱਜ ਉਹਨੂੰ ਸ਼ਾਗਿਰਦ ਵੀ ਆਪਣੇ ਆਪ ਨੂੰ ਬੜੇ ਫਖਰ ਨਾਲ ਲੋਕ ਬਣਦੇ ਨੇ ਔਰ ਕਹਾਉਂਦੇ ਨੇ, ਜਿਨ੍ਹਾਂ ਨੇ ਉਹਨਾਂ ਨੂੰ ਵੇਖੇ ਨਹੀਂ, ਉਹਦੇ ਤੋਂ ਬਾਅਦ ਵੀ ਹੋਏ ਨੇ, ਉਹ ਕਹਿੰਦੇ ਨੇ ਸਾਡੇ ਗਾਇਬਾਨਾ ਉਸਤਾਦ ਨੇ, ਤੇ ਉਸਤਾਦ ਤਸਲੀਮ ਕਰਦੇ ਨੇ। ਤੇ ਨਾਇਤ ਹੁਸੈਨ ਭੱਟੀ, ਇਹਦਾ ਤੁਸੀਂ ਚੈੱਕ ਕਰ ਲਓ। ਅੱਜ ਇਹਨਾਂ ਦਾ ਜਨਾਬ ਕੋਈ ਬੰਦਾ ਸ਼ਾਗਿਰਦ ਤੁਹਾਨੂੰ ਨਜ਼ਰ ਨਹੀਂ ਆਏਗਾ, ਕੋਈ ਇਹਨਾਂ ਦੀ ਅਦਾ ਦੇ ਵਿੱਚ, ਇਹਨਾਂ ਦੇ ਲਹਿਜੇ 'ਚ ਗਾਣਾ ਗਾਉਣ ਵਾਲਾ ਨਹੀਂ ਆਏਗਾ, ਬਸ ਇਹਨਾਂ ਦੇ ਆਪਣੇ ਗਾਣੇ ਨੇ। ਤੇ ਮੈਂ ਸੋਚਿਆ ਕਿ ਇਸ ਮੌਜੂ 'ਤੇ ਵੀ ਆਪਣੇ ਵੇਖਣ ਵਾਲਿਆਂ ਕੋਲੋਂ ਵੀ ਰਾਏ ਲਵਾਂ, ਕਿਉਂਕਿ ਮੈਨੂੰ ਇਹ ਰਾਏ ਨਹੀਂ ਅੱਛੀ ਲੱਗੀ। ਅਗਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਏ, ਕਮੈਂਟਸ ਦੇ ਵਿੱਚ ਤੁਸੀਂ ਮੇਰੀ ਗੱਲ ਦਾ ਜ਼ਰੂਰ ਜਵਾਬ ਦੇਣਾ, ਔਰ ਅਗਰ ਮੇਰੀ ਵੀਡੀਓ ਪਸੰਦ ਆਵੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਲਾਈਕ ਕਰਨਾ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। अस्सलाम वालेकुम।